MA ਪ੍ਰੀਵੀਅਸ ਪੰਜਾਬੀ ਵਾਲੇ ਸਟੂਡੈਂਟਸ, ਬੇਟਾ ਅੱਜ ਵੀ ਜਿਹੜਾ ਅਸੀਂ ਆਪਣਾ ਟੋਪਿਕ ਕਰਨਾ ਹੈ ਉਹ ਸਾਡੇ 8th ਪੇਪਰ ਦਾ ਹੀ ਟੋਪਿਕ ਹੈ, 3rd ਯੂਨਿਟ ਦਾ। ਉਹਦੇ ਵਿੱਚ ਜੋ ਹੈ ਸਤਿੰਦਰ ਸਿੰਘ ਨੂਰ ਜੋ ਇੱਕ ਆਲੋਚਕ ਹੈ ਉਹਦੇ ਨਾਲ ਸੰਬੰਧਿਤ ਇੱਕ ਟੋਪਿਕ ਹੈਗਾ ਸਾਡਾ, ਇੱਕ ਤਰਲੋਕ ਸਿੰਘ ਕੰਵਰ ਹੈ, ਉਹ ਰਹਿੰਦਾ ਸਾਡਾ ਟੋਪਿਕ। ਇਹ ਦੋਵੇਂ ਵੀ ਅਸੀਂ ਕਰ ਲਈਏ। ਬੇਟਾ ਇਹਦੇ ਲਈ ਮੈਂ ਮਾफ़ੀ ਮੰਗੂੰਗੀ ਕਿ ਮੈਂ ਨਾ ਇਹਨੂੰ ਦੁਬਾਰੇ ਨਹੀਂ ਲਿਖਿਆ, ਇਸ ਕਰਕੇ ਮੈਂ ਇਹਨੂੰ ਦੇਖੋ ਗੰਦੀ ਜੀ ਰਾਈਟਿੰਗ ਵਿੱਚ ਲਿਖਿਆ ਹੋਇਆ, ਕਿਉਂਕਿ ਇੰਨਾ ਟਾਈਮ ਨਹੀਂ ਹੈ ਕਿ ਹੁਣ ਮੈਂ ਇਹਨੂੰ ਦੁਬਾਰੇ ਲਿਖਾਂ। ਪਰ ਪੜ੍ਹ ਕੇ ਤੁਹਾਨੂੰ ਮੈਂ ਸੁਣਾ ਦੂੰਗੀ, ਤੁਹਾਨੂੰ ਜੋ ਜਿੱਥੋਂ ਦੀ ਸਮਝ ਨਹੀਂ ਆਏਗਾ ਉਹ ਵੀ ਸਮਝਾ ਦੂੰਗੀ। ਤੇ ਆਓ ਬੇਟਾ ਟੋਪਿਕ 'ਤੇ ਆ ਜਾਈਏ। ਸਤਿੰਦਰ ਸਿੰਘ ਨੂਰ ਨੂੰ ਇੱਕ ਰੂਪਵਾਦੀ ਸੰਰਚਨਾਵਾਦੀ ਆਲੋਚਕ ਵਜੋਂ ਜਾਣਿਆ ਜਾਂਦਾ ਹੈ। ਹੁਣ ਦੇਖੋ ਬੇਟਾ, ਸੰਰਚਨਾਵਾਦ, ਰੂਪਵਾਦ, ਸਟਰਕਚਰਲਿਜ਼ਮ ਜਿਹਨੂੰ ਕਿਹਾ ਜਾਂਦਾ ਹੈ, ਅਜਿਹਾ ਇੱਕ ਆਲੋਚਕ ਹੈ। ਪੰਜਾਬੀ ਵਿੱਚ ਰੂਪਵਾਦੀ ਸੰਰਚਨਾਵਾਦੀ ਆਲੋਚਨਾ ਪ੍ਰਣਾਲੀ ਦਾ ਬਾਨੀ, ਪੰਜਾਬੀ 'ਚ ਕੌਣ ਹੈ ਇਹਦਾ ਬਾਨੀ? ਡਾਕਟਰ ਹਰਭਜਨ ਸਿੰਘ ਹੈ। ਮਗਰੋਂ ਇਸ ਆਲੋਚਨਾ ਪ੍ਰਣਾਲੀ ਨੂੰ ਅਪਣਾਉਣ ਵਾਲੇ ਕੁਝ ਹੋਰ ਆਲੋਚਕ ਵੀ ਹਨ। ਮਤਲਬ ਕਿ ਸਭ ਤੋਂ ਪਹਿਲਾਂ ਜਿਹੜੀ ਰੂਪਵਾਦੀ ਸੰਰਚਨਾਵਾਦੀ ਆਲੋਚਨਾ ਪ੍ਰਣਾਲੀ ਹੈ ਉਸ ਨੂੰ ਕਿਸ ਨੇ ਅਪਣਾਇਆ? ਡਾਕਟਰ ਹਰਭਜਨ ਸਿੰਘ ਨੇ। ਉਹਦੇ ਤੋਂ ਬਾਅਦ ਜੋ ਹੈ ਕੁਝ ਹੋਰ ਵਿਦਵਾਨ ਵੀ ਇਹਨੂੰ ਅਪਣਾਉਂਦੇ ਨੇ। ਕਿਹੜੇ ਕਿਹੜੇ ਵਿਦਵਾਨ ਨੇ? ਡਾਕਟਰ ਕੰਵਰ, ਸਤਿੰਦਰ ਸਿੰਘ ਨੂਰ, ਡਾਕਟਰ ਆਤਮਜੀਤ ਸਿੰਘ ਅਤੇ ਡਾਕਟਰ ਜਗਬੀਰ ਸਿੰਘ। ਡਾਕਟਰ ਹਰਭਜਨ ਸਿੰਘ ਨੇ ਸੰਰਚਨਾਵਾਦ ਨੂੰ ਬਹੁਤ ਸੋਹਣੀ ਤਰ੍ਹਾਂ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ। ਇਸ ਕਿਹੜੇ ਵਿਦਵਾਨ ਦੀ ਗੱਲ ਕੀਤੀ ਹੈ? ਹਰਭਜਨ ਸਿੰਘ ਦੀ। ਇਸ ਵਿਦਵਾਨ ਅਨੁਸਾਰ ਸੰਰਚਨਾਵਾਦ ਕੋਈ ਸਿਧਾਂਤ ਨਹੀਂ। ਕੀ ਨਹੀਂ ਹੈ ਸੰਰਚਨਾਵਾਦ? ਕੋਈ ਸਿਧਾਂਤ ਨਹੀਂ, ਇਹ ਕੇਵਲ ਇੱਕ ਦ੍ਰਿਸ਼ਟੀਕੋਣ ਹੈ ਜਿਸ ਰਾਹੀਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇਹਨੂੰ ਬੇਟਾ ਜੋ ਹੈ ਤੁਸੀਂ ਨਾ ਚੰਗੀ ਤਰ੍ਹਾਂ ਹਾਈਲਾਈਟ ਕਰਕੇ ਲਿਖਣਾ ਹੈਗਾ। ਮੈਂ ਵੀ ਇੱਥੇ ਨਿਸ਼ਾਨੀ ਲਾ ਦੇਵਾਂ, ਠੀਕ ਹੈ? ਜਿਸ ਰਾਹੀਂ ਸਿਰਫ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪੰਜਾਬੀ ਆਲੋਚਨਾ ਵਿੱਚ ਕਈ ਤਬਦੀਲੀਆਂ ਵਾਪਰੀਆਂ। ਪੰਜਾਬੀ ਆਲੋਚਨਾ ਜੋ ਹੈ, ਦੇਖੋ ਅਸੀਂ ਆਲੋਚਨਾ ਵਾਲੇ ਸਾਰੇ ਟੋਪਿਕ ਕੀਤੇ ਨੇ ਅਤੇ ਤੁਸੀਂ ਦੇਖ ਵੀ ਲਿਆ ਕਿ ਸੰਤ ਸਿੰਘ ਸ਼ੇਖੋਂ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਮਾਰਕਸਵਾਦੀ ਆਲੋਚਕ ਦੇ ਤੌਰ 'ਤੇ ਕੰਮ ਕਰਦਾ ਹੈ, ਫਿਰ ਜੋ ਹੈ ਅਤਰ ਸਿੰਘ, ਕਿਸ਼ਨ ਸਿੰਘ, ਸਾਰੇ ਬਾਰੀ ਬਾਰੀ ਕੀਤੇ ਨੇ ਆਪਾਂ। ਕਿਸ਼ਨ ਸਿੰਘ ਅਤਸਨ ਤੋਂ ਇਹਦੇ ਤੋਂ ਬਾਅਦ ਸੀਗਾ, ਸ਼ੇਖੋਂ ਤੋਂ ਬਾਅਦ। ਪੰਜਾਬੀ ਆਲੋਚਨਾ ਵਿੱਚ ਕਈ ਤਬਦੀਲੀਆਂ ਵਾਪਰੀਆਂ ਅਤੇ ਵਾਪਰ ਰਹੀਆਂ ਹਨ। ਹੁਣ ਆਲੋਚਨਾ ਆਪਣੇ ਆਪ ਵਿੱਚ ਇੱਕ ਵਿਧਾ ਜਾਂ ਰੂਪਾਕਾਰ ਦੇ ਤੌਰ 'ਤੇ ਸਥਾਪਿਤ ਹੋ ਚੁੱਕੀ ਹੈ। ਹੁਣ ਆਲੋਚਨਾ ਕੀ ਬਣ ਗਈ ਹੈ? ਇੱਕ ਵਿਧਾ ਬਣ ਗਈ ਹੈ, ਇੱਕ ਰੂਪਾਕਾਰ ਦੇ ਤੌਰ 'ਤੇ ਸਥਾਪਿਤ ਹੋ ਚੁੱਕੀ ਹੈ। ਪਰੰਪਰਕ ਅਤੇ ਪੁਰਾਤਨ ਆਲੋਚਨਾ, ਪਰੰਪਰਕ ਹੁੰਦਾ ਹੈ ਪੁਰਾਣੇ ਸਮੇਂ ਤੋਂ ਜਿਹੜੀ ਤੁਰੀ ਆ ਰਹੀ ਹੈ, ਅਤੇ ਪੁਰਾਤਨ ਆਲੋਚਨਾ ਦਾ ਸਮਾਂ ਪੂਰੀ ਤਰ੍ਹਾਂ ਪਿਛੜ ਚੁੱਕਿਆ ਹੈ। ਨਿਸ਼ਚੇਵਾਦੀ, ਆਦਰਸ਼ਵਾਦੀ, ਕਲਾਸਿਕੀ, ਮਾਰਕਸਵਾਦੀ ਅਤੇ ਰੂਪਵਾਦੀ ਅਤੇ ਨਾਲ ਹੀ ਸੰਰਚਨਾਵਾਦੀ ਆਲੋਚਨਾਵਾਂ ਨੇ ਗਿਆਨ ਦੇ ਖੇਤਰ ਵਿੱਚ ਸਮੇਂ-ਸਮੇਂ ਨਾਲ ਪ੍ਰਵੇਸ਼ ਕੀਤਾ। ਕਿਹੜੀ ਆਲੋਚਨਾਵਾਂ? ਇਹ ਸਾਰੇ ਆਪਾਂ ਟੋਪਿਕ ਵੀ ਕੀਤੇ ਨੇ ਨਾ, ਉਹ ਸਾਰੇ ਨਾਮ ਨੇ। ਕਲਾਸੀਕਲਵਾਦ, ਮਾਰਕਸਵਾਦੀ, ਰੂਪਵਾਦੀ, ਸੰਰਚਨਾਵਾਦੀ ਆਲੋਚਨਾਵਾਂ ਨੇ ਜੋ ਹੈ ਸਮੇਂ-ਸਮੇਂ ਇਸ ਖੇਤਰ ਵਿੱਚ ਪ੍ਰਵੇਸ਼ ਕੀਤਾ, ਗਿਆਨ ਦੇ ਖੇਤਰ ਵਿੱਚ। ਆਲੋਚਕਾਂ ਨੇ ਕਿਸੇ ਵੀ ਨਵੇਂ ਚਿੰਤਨ ਨੂੰ ਆਪਣੇ ਅਵਚੇਤਨ ਅਤੇ ਚੇਤਨ ਦਾ ਭਾਗ ਬਣਾਉਂਦਿਆਂ ਹੋਏ, ਆਲੋਚਕ ਕੌਣ? ਜਿਹੜੇ ਆਲੋਚਨਾ ਕਰਦੇ ਨੇ। ਆਲੋਚਕਾਂ ਨੇ ਕਿਸੇ ਵੀ ਨਵੇਂ ਚਿੰਤਨ ਨੂੰ ਆਪਣੇ ਅਵਚੇਤਨ ਅਤੇ ਚੇਤਨ ਦਾ ਭਾਗ ਬਣਾਉਂਦੇ ਹੋਏ ਸਮਾਜ, ਸੱਭਿਆਚਾਰ, ਸਾਹਿਤ ਅਤੇ ਉਸ ਦੇ ਰੂਪਾਕਾਰਾਂ ਨੂੰ ਸਮਝਣਾ ਅਤੇ ਨਿਰਖਣਾ ਅਤੇ ਪਰਖਣਾ ਹੁੰਦਾ ਹੈ। ਜਦੋਂ ਵੀ ਉਹਨਾਂ ਨੇ ਕੋਈ ਆਲੋਚਨਾ ਕਰਨੀ ਹੁੰਦੀ ਹੈ, ਆਲੋਚਨਾ ਦੇ ਕੋਈ ਨਵੇਂ ਚਿੰਤਨ ਕਰਨੇ ਹੁੰਦੇ ਨੇ, ਫਿਰ ਉਹ ਸਮਾਜ, ਸੱਭਿਆਚਾਰ ਅਤੇ ਸਾਹਿਤ ਦੇ ਰੂਪਾਕਾਰਾਂ ਨੂੰ ਸਮਝਦੇ ਨੇ ਅਤੇ ਉਹਨਾਂ ਦਾ ਨਿਰੀਖਣ ਕਰਦੇ ਨੇ। ਸਤਿੰਦਰ ਸਿੰਘ ਨੂਰ ਪੰਜਾਬੀ ਦਾ ਇੱਕ ਮਹਾਨ ਕਵੀ ਅਤੇ ਆਲੋਚਕ ਹੈ। ਸਤਿੰਦਰ ਸਿੰਘ ਨੂਰ ਵਾਲਾ ਟੋਪਿਕ ਕਰ ਰਹੇ ਹਾਂ ਨਾ ਅੱਜ ਅਸੀਂ। ਸਤਿੰਦਰ ਸਿੰਘ ਨੂਰ ਪੰਜਾਬੀ ਦਾ ਇੱਕ ਮਹਾਨ ਕਵੀ ਅਤੇ ਆਲੋਚਕ ਹੈ। ਉਸ ਨੂੰ 2004 ਵਿੱਚ ਸਾਹਿਤ ਅਕਾਦਮੀ ਅਵਾਰਡ ਉਸ ਦੀ ਆਲੋਚਨਾ ਸੰਬੰਧੀ ਪੁਸਤਕ ਕਵਿਤਾ ਦੀ ਭੂਮਿਕਾ ਲਈ ਮਿਲਿਆ 2004 ਵਿੱਚ। ਸਤਿੰਦਰ ਸਿੰਘ ਨੂਰ ਇੱਕ ਆਲੋਚਕ ਵਜੋਂ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ। ਉਸ ਦੀ ਇੱਕ ਹੋਰ ਪੁਸਤਕ ਇੱਕ ਓਂਕਾਰ
ਇੱਕ ਓਂਕਾਰ, ਵਿਕਾਸ ਅਤੇ ਸੰਕਲਪੀ ਚਿੰਨ੍ਹ ਨਵੀਂ ਪੰਜਾਬੀ ਆਲੋਚਨਾ ਸੰਬੰਧੀ ਇੱਕ ਸ੍ਰੇਸ਼ਟ ਰਚਨਾ ਕਹੀ ਜਾ ਸਕਦੀ ਹੈ। ਦੇਖੋ ਬੇਟਾ, ਉਹ ਤੇ ਇੰਟਰੋਡਕਸ਼ਨ ਸੀਗੀ ਸਤਿੰਦਰ ਸਿੰਘ ਨੂਰ ਬਾਰੇ। ਹੁਣ ਅੱਗੇ ਦੇਖ ਲਈਏ ਉਹਦੇ ਬਾਰੇ। ਸਤਿੰਦਰ ਸਿੰਘ ਨੂਰ। ਸਤਿੰਦਰ ਸਿੰਘ ਨੂਰ ਨੇ ਆਪਣੀਆਂ ਆਲੋਚਨਾ ਸੰਬੰਧੀ ਪੁਸਤਕਾਂ ਵਿੱਚ ਕਿਧਰੇ ਵਿਹਾਰਕ ਸਮੀਖਿਆ ਵਿਧੀ ਨੂੰ ਅਪਣਾਇਆ। ਕਿਹੜੀ ਸਮੀਖਿਆ ਵਿਧੀ ਨੂੰ ਅਪਣਾਇਆ? ਵਿਹਾਰਕ। ਤੁਸੀਂ ਵਿਹਾਰਕ ਆਲੋਚਨਾ ਵੀ ਕਰਦੇ ਹੋ ਨਾ, ਵਿਹਾਰਕ ਸਮੀਖਿਆ ਵਿਧੀ ਨੂੰ ਅਪਣਾਇਆ। ਇਸ ਪ੍ਰਸੰਗ ਵਿੱਚ ਅਸੀਂ ਉਸ ਦੀ ਪੁਸਤਕ ਮੋਹਨ ਸਿੰਘ ਦਾ ਕਾਵ ਜਗਤ, ਕਿਹੜੀ ਕਿਤਾਬ ਉਹਦੀ? ਮੋਹਨ ਸਿੰਘ ਦਾ ਕਾਵ ਜਗਤ। ਤੁਹਾਨੂੰ ਪਤਾ ਹੈ ਮੋਹਨ ਸਿੰਘ ਪੋਇਟਰੀ ਲਿਖਦਾ ਹੈਗਾ, ਇਹ ਲਈ ਜਾ ਸਕਦੀ ਹੈ। ਅਤੇ ਇਸ ਪੁਸਤਕ ਵਿੱਚ ਉਸਨੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਚੋਣਵੀਆਂ ਕਵਿਤਾਵਾਂ ਸੰਬੰਧੀ ਆਪਣਾ ਅਧਿਐਨ ਪੇਸ਼ ਕੀਤਾ। ਕੀ ਪੇਸ਼ ਕੀਤਾ? ਇਹਨਾਂ ਚੋਣਵੀਆਂ ਕਵਿਤਾਵਾਂ ਸੰਬੰਧੀ ਆਪਣਾ ਅਧਿਐਨ ਪੇਸ਼ ਕੀਤਾ। ਆਪਣੀ ਵਿਹਾਰਕ ਆਲੋਚਨਾ ਵਿੱਚ ਉਸਨੇ ਇੱਕ ਨਹੀਂ ਸਗੋਂ ਕਈ ਵਿਧੀਆਂ ਦਾ ਪ੍ਰਯੋਗ ਕੀਤਾ। ਹੁਣ ਉਹਨੇ ਕਿਹੜੀਆਂ ਵਿਧੀਆਂ ਦਾ ਪ੍ਰਯੋਗ ਕੀਤਾ? ਇਹਨਾਂ ਨੂੰ ਤੁਸੀਂ ਅੰਡਰਲਾਈਨ ਕਰਕੇ ਲਿਖੋਗੇ। ਦੇਖੋ, ਸੰਰਚਨਾਵਾਦੀ ਵਿਧੀ, ਰੂਪਵਾਦੀ, ਚਿੰਨ੍ਹ ਵਿਗਿਆਨਕ, ਭਾਸ਼ਾ ਵਿਗਿਆਨਕ ਆਲੋਚਨਾ ਵਿਧੀਆਂ ਜਿਹੜੀਆਂ ਨੇ ਸਤਿੰਦਰ ਸਿੰਘ ਨੂਰ ਨੇ ਅਪਣਾਈਆਂ। ਡਾਕਟਰ ਸਤਿੰਦਰ ਸਿੰਘ ਨੂਰ ਦਿੱਲੀ ਆਲੋਚਨਾ ਸਕੂਲ ਦੀ ਉਪਜ ਹੈ। ਕਿੱਥੇ ਦੀ ਉਪਜ ਹੈ? ਦਿੱਲੀ ਆਲੋਚਨਾ ਸਕੂਲ ਦੀ ਉਪਜ ਹੈ ਡਾਕਟਰ ਸਤਿੰਦਰ ਸਿੰਘ ਨੂਰ। ਦਿਖ ਰਿਹਾ ਨਾ ਬੇਟਾ ਸਾਫ਼? ਦੇਖੋ ਇੱਕ ਵਾਰੀ ਦੁਬਾਰਾ ਚੈੱਕ ਕਰ ਲਿਆ। ਹਾਂ, ਦਿੱਲੀ ਆਲੋਚਨਾ ਸਕੂਲ ਦੀ ਉਪਜ ਹੈ। ਉਸਨੇ ਡਾਕਟਰ ਹਰਭਜਨ ਸਿੰਘ ਦੀ ਅਗਵਾਈ ਅਧੀਨ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਅਧਿਐਨ ਕਰਕੇ PhD ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀਆਂ ਆਲੋਚਨਾਤਮਕ ਪੁਸਤਕਾਂ ਵਿੱਚ ਭਾਵੇਂ ਹੋਰ ਆਲੋਚਨਾ ਦ੍ਰਿਸ਼ਟੀਆਂ ਨੂੰ ਵੀ ਅਪਣਾਇਆ, ਪਰੰਤੂ ਕਈ ਪੁਸਤਕਾਂ ਵਿੱਚ ਰੂਪਵਾਦੀ ਆਲੋਚਨਾ ਵਿਧੀ ਦਾ ਖੁੱਲ੍ਹ ਕੇ ਉਹਨੇ ਪ੍ਰਯੋਗ ਕੀਤਾ। ਸਟਰਕਚਰਲਿਜ਼ਮ ਦਾ ਉਹਨੇ ਜੋ ਹੈ ਖੁੱਲ੍ਹ ਕੇ ਵਰਤੋਂ ਕੀਤੀ। ਇਸ ਪ੍ਰਸੰਗ ਵਿੱਚ ਅਸੀਂ ਉਸ ਦੀਆਂ ਪੁਸਤਕਾਂ ਮੋਹਨ ਸਿੰਘ ਦਾ ਕਾਵ ਜਗਤ, ਨਵੀਂ ਕਵਿਤਾ ਸੀਮਾ ਤੇ ਸੰਭਾਵਨਾ, ਆਧੁਨਿਕ ਪੰਜਾਬੀ ਕਾਵ, ਸਿਧਾਂਤਕ ਪਰਿਪੇਖ, ਸੰਵਾਦ ਸਿਰਜਣਾ, ਕਵਿਤਾ ਦੀ ਭੂਮਿਕਾ, ਕਵਿਤਾ ਅਕਵਿਤਾ ਚਿੰਤਨ ਆਦਿ ਉਹਦੀਆਂ ਕਿਤਾਬਾਂ ਦੇ ਨਾਮ ਨੇ। ਹੁਣ ਇੱਥੇ ਦੇ ਬੇਟਾ ਰਲਗੱਡ ਕਰਕੇ ਵਿੱਚ ਹੀ ਲਿਖਿਆ ਹੋਇਆ। ਜੇਕਰ ਮੈਂ ਹੁਣ ਦੁਬਾਰੇ ਲਿਖਦੀ ਇਹਨੂੰ ਅਤੇ ਮੈਨੂੰ ਖੋਲ੍ਹ ਕੇ ਲਿਖ ਲੈਣਾ ਸੀ। ਤੁਸੀਂ ਇਹਨੂੰ ਖੋਲ੍ਹ ਕੇ ਮਤਲਬ ਕਿ ਇੱਕ ਵਧੀਆ ਉੱਪਰ ਥੱਲੇ ਕਰਕੇ ਲਿਖਣਾ ਕਿਤਾਬਾਂ ਦੇ ਨਾਮ ਨੂੰ, ਠੀਕ ਹੈ। ਇਹ ਸਾਰੀਆਂ ਕਿਤਾਬਾਂ ਨੇ ਉਹਦੀਆਂ। ਉਹ ਸਤਿੰਦਰ ਸਿੰਘ ਨੂਰ ਦੀਆਂ ਕਿਤਾਬਾਂ ਦੇ ਨਾਮ ਲਿਖਣ ਤੋਂ ਬਾਅਦ ਤੁਸੀਂ ਪੈਰਾਗ੍ਰਾਫ ਜੋ ਹੈ ਬੇਟਾ ਇੱਥੋਂ ਦੀ ਚੇਂਜ ਕਰੋਗੇ, ਇੱਥੋਂ ਦੀ ਚੇਂਜ ਕਰੋਗੇ। ਫਿਰ ਤੁਸੀਂ ਲਿਖੋਗੇ ਉਹ ਨਵੀਂ ਕਵਿਤਾ ਦੀ ਸਮੀਖਿਆ ਲਈ ਅਪਣਾਏ ਜਾਣ ਵਾਲੇ ਸੰਦਾਂ। ਉਹ ਨਵੀਂ ਕਵਿਤਾ ਦੀ ਸਮੀਖਿਆ ਲਈ ਅਪਣਾਏ ਜਾਣ ਵਾਲੇ ਸੰਦਾਂ ਦਾ ਪ੍ਰਗਟਾਵਾ ਕਰਦਿਆਂ ਆਖਦਾ ਹੈ, ਨਵੀਂ ਕਵਿਤਾ ਦੀ ਪਰਖ ਲਈ ਸਾਨੂੰ ਉਸ ਦੇ ਸ਼ਬਦਾਂ ਅਤੇ ਭਾਵਾਂ ਵਿੱਚ ਪ੍ਰਵੇਸ਼ ਕਰਨਾ ਪਏਗਾ। ਇਹਨੂੰ ਵੀ ਲਾਈਨ ਨੂੰ ਨਾ, ਜਿਹੜੀ ਇਹ ਲਾਈਨ ਹੈਗੀ ਹੈ, ਜਿਹੜੀ ਉਹਨੇ ਨਵੀਂ ਕਵਿਤਾ ਦੀ ਪਰਖ ਬਾਰੇ ਲਿਖੀ ਹੈਗੀ ਹੈ, ਇਹਦੇ ਉੱਪਰ ਅਤੇ ਥੱਲੇ ਇੱਕ ਲਾਈਨ ਛੱਡ ਕੇ ਫੇਰ ਲਿਖਣਾ ਇਹਨੂੰ। ਉਸ ਦੀ ਵਿਧੀ ਫਰੋਲਣੀ ਪਵੇਗੀ, ਮਤਲਬ ਕਿ ਨਵੀਂ ਕਵਿਤਾ ਦੀ ਪਰਖ ਲਈ ਜਿਹੜੀ ਵਿਧੀ ਅਪਣਾਉਣੀ ਹੈ ਉਹ ਵਿਧੀ ਫਰੋਲਣੀ ਪਏਗੀ ਅਤੇ ਉਸ ਦੇ ਸੰਗਠਨ ਦੀ ਸਾਰ ਲੈਣੀ ਪਏਗੀ ਕਿ ਕਿਵੇਂ ਉਹਦਾ ਸਟਰਕਚਰ ਬਣਿਆ ਹੈ। ਉਸ ਕਵਿਤਾ ਦਾ ਇਹ ਸਾਰ ਲੈਣੀ ਪਏਗੀ ਅਤੇ ਇਹ ਵੇਖਣਾ ਪਏਗਾ ਕਿ ਨਵੀਂ ਕਵਿਤਾ ਵਿੱਚ ਨਵੀਨਤਾ ਦੇ ਕਿਹੜੇ ਤੱਤ ਕਾਵ ਦ੍ਰਿਸ਼ਟੀ ਬਣਨ ਦੇ ਸਮਰੱਥ ਹਨ। ਮਤਲਬ ਕਿ ਨਵੀਂ ਪੋਇਟਰੀ 'ਚ ਪੁਰਾਤਨ ਤੋਂ ਕੀ ਵੱਖਰਾ ਹੈ ਜਿਹੜੇ ਕਾਵ ਦ੍ਰਿਸ਼ਟੀ ਬਣਨ ਦੇ ਸਮਰੱਥ ਹਨ। ਫਿਰ ਅਗਲੀ ਇੱਕ ਪਰਿਭਾਸ਼ਾ ਹੈ ਡਾਕਟਰ ਭਾਟੀਆ ਅਨੁਸਾਰ। ਡਾਕਟਰ ਭਾਟੀਆ ਅਨੁਸਾਰ ਕੀ ਲਿਖਦੇ ਨੇ ਡਾਕਟਰ ਭਾਟੀਆ? ਸ਼ਬਦਾਂ ਅਤੇ ਭਾਵਾਂ ਵਿੱਚ ਪ੍ਰਵੇਸ਼ ਕਰਨ, ਵਿਧੀ ਫਰੋਲਣ, ਸੰਗਠਨ ਦੀ ਸਾਰ ਲੈਣ ਅਤੇ ਐਸੇ ਤੱਤ ਦੀ ਭਾਲ ਕਰਨ ਜੋ ਕਾਵ ਦ੍ਰਿਸ਼ਟੀ ਬਣਨ ਦੇ ਸਮਰੱਥ ਹੋਣ ਨੇ ਸਮੁੱਚੇ ਰੂਪ ਵਿੱਚ ਉਸ ਅਧਿਐਨ ਵਿਧੀ ਨੂੰ ਡਾਕਟਰ ਹਰਭਜਨ ਸਿੰਘ ਦੇ ਰੂਪਵਾਦ ਦਾ ਪ੍ਰਭਾਵ ਦਰਸਾਇਆ। ਮਤਲਬ ਕਿ ਜੇਕਰ ਡਾਕਟਰ ਸਤਿੰਦਰ ਸਿੰਘ ਨੂਰ ਅਜਿਹੀ ਗੱਲ ਕਰ ਰਿਹਾ ਹੈ ਨਾ, ਡਾਕਟਰ ਭਾਟੀਆ ਕਹਿੰਦੇ ਇਹ ਉਹਦੇ ਉੱਤੇ ਡਾਕਟਰ ਹਰਭਜਨ ਸਿੰਘ ਦਾ ਪ੍ਰਭਾਵ ਹੈ, ਕਿਉਂਕਿ ਡਾਕਟਰ ਹਰਭਜਨ ਸਿੰਘ
ਡਾਕਟਰ ਸਤਿੰਦਰ ਸਿੰਘ ਨੂਰ ਦੇ ਗਾਈਡ ਸੀਗੇ। ਫਿਰ ਹੈ, ਇੱਥੇ ਆ ਜਾਓ, ਇੱਕ ਸਤਿੰਦਰ ਸਿੰਘ ਨੂਰ ਇੱਕ ਅਜਿਹਾ ਆਲੋਚਕ ਹੈ ਜਿਸ ਨੇ ਦਿੱਲੀ ਸਕੂਲ ਦਾ ਅਨੁਸਰਣ ਕਰਦਿਆਂ ਆਪਣੀ ਆਲੋਚਨਾ ਵਿੱਚ ਹੋਰ ਆਲੋਚਨਾ ਵਿਧੀਆਂ ਦੇ ਨਾਲ ਸੰਰਚਨਾਵਾਦੀ ਵਿਧੀ ਨੂੰ ਅਪਣਾਇਆ। ਜਿੱਥੇ ਡਾਕਟਰ ਕੰਵਰ ਅਤੇ ਆਤਮਜੀਤ, ਅਸੀਂ ਜੋ ਹੈ ਟੋਪਿਕ ਦੇ ਸ਼ੁਰੂਆਤ ਵਿੱਚ ਹੀ ਇਹਨਾਂ ਵਿਦਵਾਨਾਂ ਦੇ ਨਾਮ ਕੀਤੇ ਨੇ ਕਿ ਜਿੱਥੇ ਇਹ ਵਿਦਵਾਨ ਵਧੇਰੇ ਸਿਧਾਂਤਕਾਰ ਮਤਲਬ ਸਿਧਾਂਤ ਬਣਾਉਣ ਵੱਲ ਰੁਚਿਤ ਰਹੇ ਨਾ, ਉੱਥੇ ਡਾਕਟਰ ਸਤਿੰਦਰ ਸਿੰਘ ਨੂਰ ਨੇ ਜੋ ਹੈ ਆਪਣਾ ਬਿਆਨ ਵਧੇਰੇ ਵਿਹਾਰਕ ਆਲੋਚਨਾ ਵੱਲ ਲਾਇਆ। ਅਤੇ ਇਸ ਅਧਿਐਨ ਸੰਬੰਧੀ ਉਸਨੇ ਸਾਹਿਤ ਮਾਨਾਂ ਦਾ ਪਾਠਗਤ ਵਿਸ਼ਲੇਸ਼ਣ ਸੰਰਚਨਾਵਾਦੀ ਦ੍ਰਿਸ਼ਟੀਕੋਣ ਤੋਂ ਕੀਤਾ। ਮਤਲਬ ਕਿ ਜੇਕਰ ਸਤਿੰਦਰ ਸਿੰਘ ਨੂਰ ਨੇ, ਦੇਖੋ ਬੇਟਾ ਇਹਨੂੰ ਨਾ ਤੁਸੀਂ ਐਵੇਂ ਵੀ ਯਾਦ ਰੱਖ ਸਕਦੇ ਹੋ, ਸ ਤੋਂ ਸਤਿੰਦਰ ਸਿੰਘ ਨੂਰ ਹੈ, ਸ ਤੋਂ ਹੀ ਸੰਰਚਨਾਵਾਦੀ ਦ੍ਰਿਸ਼ਟੀ ਹੈਗੀ ਹੈ। ਜਿਵੇਂ ਅਤਰ ਸਿੰਘ ਦਾ ਮੈਂ ਤੁਹਾਨੂੰ ਕਿਹਾ ਸੀ ਕਿ ਆਧੁਨਿਕਤਾ ਦਾ ਸੰਕਲਪ ਹੈ, ਅ ਤੋਂ ਹੀ ਅਤਰ ਸਿੰਘ, ਅ ਤੋਂ ਹੀ ਆਧੁਨਿਕਤਾ ਦਾ ਸੰਕਲਪ, ਇਹਦੇ ਤੋਂ ਤੁਹਾਨੂੰ ਧਿਆਨ ਰਹਿ ਜਾਏਗਾ। ਸੰਰਚਨਾਵਾਦੀ ਆਲੋਚਕ ਹੈਗਾ। ਉਸ ਦੀਆਂ ਪ੍ਰਸਿੱਧ ਪੁਸਤਕਾਂ ਜਿਹੜੀਆਂ ਨੇ ਉਹਨਾਂ ਦੇ ਨਾਮ ਵੈਸੇ ਅਸੀਂ ਇੱਕ ਵਾਰੀ ਕਰ ਵੀ ਲਏ, ਪਰ ਫਿਰ ਵੀ ਦੇਖੋ ਦੁਬਾਰੇ। ਨਵੀਂ ਕਵਿਤਾ, ਸੀਮਾ ਤੇ ਸੰਭਾਵਨਾ, ਮੋਹਨ ਸਿੰਘ ਦਾ ਕਾਵ ਜਗਤ, ਆਧੁਨਿਕ ਪੰਜਾਬੀ ਕਾਵ, ਸਿਧਾਂਤਕ ਪਰਿਪੇਖ, ਕਵਿਤਾ ਦੀ ਭੂਮਿਕਾ ਤੇ ਕਵਿਤਾ ਅਕਵਿਤਾ ਚਿੰਤਨ ਆ ਜਿਹੜੀਆਂ ਨੇ ਉਹਦੀਆਂ ਸਤਿੰਦਰ ਸਿੰਘ ਨੂਰ ਦੀਆਂ ਕਿਤਾਬਾਂ ਨੇ। ਆਪਣੀ ਪੁਸਤਕ ਮੋਹਨ ਸਿੰਘ ਦਾ ਕਾਵ ਜਗਤ ਵਿੱਚ ਉਸਨੇ ਮੋਹਨ ਸਿੰਘ ਦੀਆਂ ਚੋਣਵੀਆਂ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਦਾ ਅਧਿਐਨ ਕੀਤਾ ਹੈ। ਅਤੇ ਇਹ ਅਧਿਐਨ ਪੇਸ਼ ਕਰਦਿਆਂ ਉਸਨੇ ਵਧੇਰੇ ਸੰਰਚਨਾਵਾਦੀ ਅਤੇ ਰੂਪਵਾਦੀ ਆਲੋਚਨਾ ਜਿਹੜੀ ਹੈ ਉਹਨਾਂ ਹੀ ਵਿਧੀਆਂ ਨੂੰ ਅਪਣਾਇਆ। ਇਹ ਗੱਲ ਵੀ ਆਪਾਂ ਪਹਿਲਾਂ ਮੇਰੇ ਹਿਸਾਬ ਨਾਲ ਤਾਂ ਸ਼ੁਰੂਆਤ 'ਚ ਕਰ ਲਈ ਹੈਗੀ ਆਪਾਂ। ਅਤੇ ਫਿਰ ਹੈ ਡਾਕਟਰ ਭਾਟੀਆ ਦੇ ਨਾਲ ਸਾਡੀ ਸਹਿਮਤੀ ਹੈ ਕਿ ਜਿਵੇਂ ਅਚੇਤ ਜਾਂ ਸੁਚੇਤ ਤੌਰ ਉੱਤੇ ਡਾਕਟਰ ਹਰਭਜਨ ਸਿੰਘ ਨੇ ਰੂਪਵਾਦ ਨੂੰ ਵੱਧ ਸਵੀਕਾਰਿਆ। ਹੁਣ ਦੇਖੋ ਇੱਥੇ ਡਾਕਟਰ ਹਰਭਜਨ ਸਿੰਘ ਜੋ ਨੇ ਉਹ ਸਤਿੰਦਰ ਸਿੰਘ ਨੂਰ ਦੇ ਗਾਈਡ ਨੇ, ਠੀਕ ਹੈ ਨਾ। ਤੁਹਾਨੂੰ ਪਤਾ ਹੈ ਗਾਈਡ ਕੌਣ ਹੁੰਦਾ, ਜਦੋਂ ਬੰਦਾ PhD ਕਰਦਾ ਫਿਰ ਉਹਦਾ ਜਿਹੜਾ ਟੀਚਰ ਹੁੰਦਾ ਉਹਨੂੰ ਗਾਈਡ ਕਿਹਾ ਜਾਂਦਾ। ਅਤੇ ਹਰਭਜਨ ਸਿੰਘ ਦੀ ਹੀ ਦ੍ਰਿਸ਼ਟੀ ਨੂੰ ਅਪਣਾਇਆ। ਅਤੇ ਉਂਝ ਤਾਂ ਡਾਕਟਰ ਨੂਰ ਸੰਰਚਨਾਵਾਦ ਨੂੰ ਆਪਣੇ ਚਿੰਤਨ ਕਾਰਜ ਵਿੱਚ ਵਧੇਰੇ ਸਵੀਕਾਰਦਾ ਨਜ਼ਰ ਆਉਂਦਾ ਹੈ। ਅੱਗੋਂ ਉਹ ਸੰਰਚਨਾਵਾਦ ਵਿੱਚ ਉਹਨੇ ਸੰਰਚਨਾਵਾਦ ਵਿੱਚ ਕਿਹੜੇ ਪਸਾਰ ਐਡ ਕੀਤੇ, ਡਾਕਟਰ ਸਤਿੰਦਰ ਸਿੰਘ ਨੂਰ ਨੇ ਕਿਹੜੇ ਪਸਾਰ ਐਡ ਕੀਤੇ? ਸਿਸਟਮੀ ਚੇਤਨਾ, ਦਿਖ ਰਿਹਾ ਨਾ, ਸਿਸਟਮੀ ਚੇਤਨਾ, ਸੱਭਿਆਚਾਰ ਵਿਗਿਆਨ, ਇਤਿਹਾਸ ਅਤੇ ਵਿਚਾਰਧਾਰਾ ਆਦਿ ਨੂੰ ਉਹਨੇ ਸੰਰਚਨਾਵਾਦ ਵਿੱਚ ਸ਼ਾਮਿਲ ਕੀਤਾ। ਕਿਸ ਨੂੰ? ਸਿਸਟਮੀ ਚੇਤਨਾ, ਸੱਭਿਆਚਾਰਕ ਵਿਗਿਆਨ, ਇਤਿਹਾਸ ਅਤੇ ਵਿਚਾਰਧਾਰਾ ਨੂੰ। ਡਾਕਟਰ ਕੰਵਰ ਨਾਲੋਂ ਉਸ ਦੀ ਵੱਖਰਤਾ ਇਸ ਗੱਲ ਵਿੱਚ ਨਜ਼ਰੀ ਪੈਂਦੀ ਹੈ ਕਿ ਉਹ ਨਿਰਪੇਖ ਸਿਧਾਂਤਕਾਰੀ ਦੇ ਖੇਤਰ ਵਿੱਚ ਨਹੀਂ ਵਿਚਰਦਾ। ਮਤਲਬ ਕਿ ਨਿਰੇ ਸਿਧਾਂਤ ਨਹੀਂ ਬਣਾਉਂਦਾ ਸਤਿੰਦਰ ਸਿੰਘ ਨੂਰ। ਸ ਤੋਂ ਸਿਧਾਂਤ, ਨਿਰੇ ਸਿਧਾਂਤ ਨਹੀਂ ਬਣਾਏ ਉਹਨੇ, ਸਿਧਾਂਤਕਾਰੀ ਦੇ ਖੇਤਰ ਵਿੱਚ ਨਹੀਂ ਵਿਚਰਦਾ, ਸਗੋਂ ਵੱਖਰੇ ਵੱਖਰੇ ਸਿਧਾਂਤਾਂ ਨਾਲ ਪਾਠਾਂ ਦੇ ਅਧਿਐਨ ਵੱਲ ਰੁਚਿਤ ਹੁੰਦਾ ਹੈ। ਜਿਸ ਵੀ ਲਿਟਰੇਚਰ ਦੀ ਉਹ ਵਿਹਾਰਕ ਆਲੋਚਨਾ ਕਰ ਰਿਹਾ ਹੈ ਉਹਦੇ ਪਾਠਾਂ ਦੇ ਅਧਿਐਨ ਵੱਲ ਜੋ ਹੈ ਸਤਿੰਦਰ ਸਿੰਘ ਨੂਰ ਰੁਚਿਤ ਹੁੰਦਾ ਹੈ। ਅਧਿਐਨ ਕਾਰਜ ਸਮੇਂ ਕਾਵ ਮਾਨਣ ਦੇ ਬਿੰਦੂ ਤੋਂ ਅਗਾਂਹ ਸਰਕ ਕੇ, ਕਾਵ ਮਾਨਣ ਦੇ ਮਤਲਬ ਕਿ ਸਿਰਫ ਪੋਇਟਰੀ ਦਾ ਆਨੰਦ ਮਾਨਣ ਦੇ ਬਿੰਦੂ ਤੋਂ ਅੱਗੇ ਜਾ ਕੇ ਜਦੋਂ ਉਹ ਅਧਿਐਨ ਕਰਦਾ ਹੈ ਕਿਸੇ ਵੀ ਰਚਨਾ ਦਾ, ਉਸ ਵੇਲੇ ਸਿਰਫ ਪੋਇਟਰੀ ਨੂੰ ਮਾਨਣ ਦੇ ਬਿੰਦੂ ਤੋਂ ਅੱਗੇ ਸਰਕ ਕੇ ਕਿਵੇਂ ਚੇਤਨਾ ਦੇ ਸੰਸਾਰ ਦਾ ਮਾਧਿਅਮ ਬਣਦਾ ਹੈ, ਇਹ ਨੁਕਤਾ ਉਸਨੇ ਸਮੁੱਚੇ ਅਧਿਐਨ ਕਾਰਜ ਦੇ ਆਸ-ਪਾਸ ਜੋ ਹੈ ਉਹਦੇ ਸਮੁੱਚੇ ਅਧਿਐਨ ਕਾਰਜ ਦੇ ਆਸ-ਪਾਸ ਰਹਿੰਦਾ ਹੈ। ਫਿਰ ਹੈ ਲਾਸਟ ਪੈਰਾਗ੍ਰਾਫ ਵੇਖ ਲਈਏ ਆਪਾਂ। ਡਾਕਟਰ ਸਤਿੰਦਰ ਸਿੰਘ ਨੂਰ ਨੇ 1997 ਅਤੇ 98 ਡਾਕਟਰ ਸਤਿੰਦਰ ਸਿੰਘ ਨੂਰ ਨੇ 1997 ਅਤੇ 98 ਵਿੱਚ ਸਮਦਰਸ਼ੀ ਦਾ ਉੱਤਰ ਆਧੁਨਿਕਤਾਵਾਦ ਅਤੇ ਅੰਕ ਪ੍ਰਕਾਸ਼ਿਤ ਕਰਕੇ, ਸਮਦਰਸ਼ੀ ਜੋ ਹੈ ਇੱਕ ਖੋਜ ਪੱਤਰ ਕੱਢਦਾ ਹੁੰਦਾ ਸੀਗਾ ਸਤਿੰਦਰ ਸਿੰਘ ਨੂਰ, ਆਧੁਨਿਕਤਾਵਾਦ ਅੰਕ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਵਿੱਚ ਉੱਤਰ ਆਧੁਨਿਕਤਾਵਾਦੀ ਆਲੋਚਨਾ ਦੀ ਚਰਚਾ ਆਰੰਭ ਕਰ ਦਿੱਤੀ। ਹੁਣ ਉੱਤਰ ਆਧੁਨਿਕਤਾਵਾਦ ਵਾਲਾ ਬੇਟਾ ਤੁਸੀਂ ਪੂਰਾ ਟੋਪਿਕ ਕੀਤਾ ਹੈਗਾ, YouTube 'ਤੇ ਕਰਾਇਆ ਮੈਂ ਤੁਹਾਨੂੰ। ਤੁਹਾਡੇ 2nd ਯੂਨਿਟ ਦਾ ਟੋਪਿਕ ਹੈਗਾ ਹੈ
ਮਗਰੋਂ ਐਸੇ ਅੰਕ ਦਾ ਪ੍ਰਕਾਸ਼ਨ ਉੱਤਰ ਆਧੁਨਿਕਤਾ ਕਲਾ ਅਤੇ ਸਾਹਿਤ ਸਿਰਲੇਖ ਅਧੀਨ ਪੁਸਤਕਾਂ ਵਿੱਚ ਕੀਤਾ। ਇਹਦੇ ਤੋਂ ਬਾਅਦ ਜੋ ਹੈ ਉਹਨੇ ਉੱਤਰ ਆਧੁਨਿਕਤਾ ਦੀ ਜਿਹੜੀ ਗੱਲ ਹੈ ਉਹ ਕਿੱਥੇ ਕੀਤੀ? ਉੱਤਰ ਆਧੁਨਿਕਤਾ ਕਲਾ ਅਤੇ ਸਾਹਿਤ ਸਿਰਲੇਖ ਅਧੀਨ ਪੁਸਤਕ ਰੂਪ ਵਿੱਚ ਕੀਤਾ। ਇਸ ਪੁਸਤਕ ਵਿੱਚ ਜਿੱਥੇ ਉਸਨੇ ਉੱਤਰ ਆਧੁਨਿਕਤਾ ਦੇ ਸਿਧਾਂਤਕ ਪੱਖ ਨੂੰ ਵਿਚਾਰਿਆ, ਉੱਥੇ ਪੰਜਾਬੀ ਕਵਿਤਾ ਦੇ ਅਧਿਐਨ ਨਾਲ ਸੰਬੰਧਿਤ ਕੁਝ ਨਿਬੰਧ ਵੀ ਇਸ ਪੁਸਤਕ ਵਿੱਚ ਪ੍ਰਕਾਸ਼ਿਤ ਕੀਤੇ। ਠੀਕ ਹੈ ਨਾ। ਇਹਦੇ ਤੋਂ ਇਲਾਵਾ ਉਹਨੇ ਜੋ ਹੈ ਉੱਤਰ ਆਧੁਨਿਕਤਾ ਦੇ ਸਿਧਾਂਤਕ ਪੱਖ ਤੋਂ ਇਲਾਵਾ ਕਵਿਤਾ ਦੇ ਅਧਿਐਨ ਨਾਲ ਸੰਬੰਧਿਤ ਕੁਝ ਨਿਬੰਧ ਵੀ ਉਹਨੇ ਜੋ ਹੈ ਇਹਦੇ 'ਚ ਪ੍ਰਕਾਸ਼ਿਤ ਕੀਤੇ। ਥੋੜ੍ਹਾ ਜਿਹਾ ਹੋਰ ਸੀਗਾ ਬੇਟਾ ਇਹ ਮੇਰੇ ਕੋਲ, ਪਰ ਮੇਰੇ ਕੋਲੋਂ ਮਿਸਪਲੇਸ ਹੋ ਗਿਆ ਉਹ ਪੇਜ ਅਗਲੇ ਵਾਲਾ, ਇਸ ਕਰਕੇ ਇੰਨਾ ਕਰ ਲਓ, ਇਹ ਵੀ ਬਥੇਰਾ ਹੈ ਤੁਹਾਡੇ ਕੋਲ। ਓਕੇ ਬੇਟਾ, ਥੈਂਕ ਯੂ।